ਜਦੋਂ ਅਸੀਂ ਖਬਰ ਬਣਾਉਨੇ ਆ, ਪਿੱਛੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੀ ਖਬਰ ਇੰਡੀਆ ਦੀ ਅਖਬਾਰ ਦੇ ਵਿੱਚ ਵੀ ਲੱਗੇ ਪਿਆ, ਉਹ ਕਿਸਾਨਾਂ ਦੇ ਹੱਕ ਵਿੱਚ ਅਖੇ ਕਾਲਾ ਸੂਟ ਪਾ ਲਿਆ, ਜਹਾਜ਼ ਦਾ ਰੰਗ ਨਿਊਜ਼ੀਲੈਂਡ ਨੇ ਕਾਲਾ ਕਰ ਦਿੱਤਾ। ਥੋੜੀ ਜਿਹੀ ਵੀ ਸਮਝ ਰੱਖਣੇ ਵਾਲੇ ਨੂੰ ਪਤਾ ਆ ਕਿ ਨਿਊਜ਼ੀਲੈਂਡ ਦੀ ਜਿਹੜੀ ਕ੍ਰਿਕਟ ਦੀ ਟੀਮ ਆ ਉਹਦਾ ਨਾਮ ਵੀ ਬਲੈਕ ਕੈਪਸ ਆ, ਰਗਬੀ ਦੀ ਟੀਮ ਦਾ ਨਾਮ ਵੀ ਆਲ ਬਲੈਕਸ ਆ। ਜਿੱਥੇ ਕਾਲਾ ਕੱਪੜਾ ਜਾਂ ਕਾਲਾ ਕੋਈ ਝੰਡਾ ਜਾਂ ਕਾਲੀ ਪੱਗ ਰੋਸ ਦੀ ਨਿਸ਼ਾਨੀ ਆ, ਉੱਥੇ ਉਹਨਾਂ ਦੀਆਂ ਆਪਣੀਆਂ ਗੇਮਾਂ ਦੀ ਸੰਬੰਧ ਵਿੱਚ ਵੀ ਕਾਲਾ ਰੰਗ ਵਰਤਿਆ ਜਾਂਦਾ। ਅਮਰੀਕਾ ਕੱਪ ਆਉਂਦਾ ਹੈ, ਉਹਦੇ ਵਿੱਚ ਸਾਰਾ ਕੁਝ ਉਹਨੇ ਤਕਰੀਬਨ ਕਾਲਾ ਕੀਤਾ ਹੁੰਦਾ। ਰਗਬੀ ਦਾ ਵਰਲਡ ਕੱਪ ਹੋਵੇ, ਨਿਊਜ਼ੀਲੈਂਡ ਦੀ ਟੀਮ ਟੌਪ ਦੀਆਂ ਟੀਮਾਂ ਦੇ ਵਿੱਚੋਂ ਆਉਂਦੀ ਆ, ਉਹਦੀ ਸਪੋਰਟ ਕਰਨ ਦੇ ਲਈ ਬਲੈਕ ਕਾਲਾ ਰੰਗ ਵਰਤਦੇ ਆ ਉਹ। ਅਸੀਂ ਇਹਦੇ ਨਾਲ ਵੱਡੇ ਹੋ ਜਾਵਾਂਗੇ ਕਿਤੇ। ਕੈਨੇਡਾ ਦੇ ਪ੍ਰੈਜ਼ੀਡੈਂਟ, ਉਹਦੀ ਜਿਹੜਾ ਪ੍ਰਾਈਮ ਮਿਨਿਸਟਰ ਆ, ਉਹਦੀ ਖਬਰ ਅਸੀਂ ਹੁਣ ਉਹਦੀ ਫੋਟੋ ਆ, ਉਹਦੇ ਕੋਲ ਆਪਣਾ ਸਰਦਾਰ ਇੱਕ MP ਆ, ਮਿਨਿਸਟਰ ਆ, ਉਹ ਖੜਾ ਹੈ, ਉਹਦੇ ਉੱਤੇ ਅਸੀਂ ਏਦਾਂ ਲਿਖ ਦਿੱਤਾ ਪਈ ਜੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾ ਦਿੱਤਾ ਕਿ ਜੇ ਕੈਨੇਡਾ ਵਿੱਚ ਕੋਈ ਸਿੱਖ ਦੀ ਪੱਗ ਲਾਊਗਾ ਤੇ ਉਹਨੂੰ 10 ਸਾਲ ਦੀ ਜੇਲ੍ਹ ਆ। ਕਦੇ ਸੋਚਿਆ ਸੀ ਵੀ ਜੇ ਕਿਤੇ ਇਦਾਂ ਦੇ ਕਾਨੂੰਨ ਬਣ ਜਾਣ, ਜੇ ਕਿਤੇ ਸੱਚ ਹੋ ਜਾਏ, ਕੀ ਬਣੂਗਾ? ਕਿੰਨਿਆਂ ਨੂੰ ਜੇਲ੍ਹ ਹੋਣੀ ਆ? ਕਿੰਨੀ ਛੇਤੀ ਪੱਗ ਲੈ ਜਾਂਦੀ ਆ? ਗੁਰਦੁਆਰਿਆਂ ਦੇ ਵਿੱਚ ਕੀ ਬਣਨਾ? ਕਿਹੜਾ ਬੰਦਾ ਆ ਅੱਜ ਤਾਈਂ ਐਵਰੇਜ ਕਿੰਨੇ ਬੰਦੇ ਆ ਜਿਹੜੇ ਹੋਰ ਧਰਮਾਂ ਦੇ, ਹੋਰ ਕਮਿਊਨਿਟੀਜ਼ ਦੇ ਬੰਦੇ ਆ ਜਿਨ੍ਹਾਂ ਨੇ ਸਿੱਖਾਂ ਦੀਆਂ ਪੱਗਾਂ ਲਾਈਆਂ ਹੋਣ ਕੰਪੇਅਰ ਟੂ ਸਾਡੇ ਆਪਣੇ? ਹਮੇਸ਼ਾ ਮੈਨੂੰ ਨਾ ਇੱਕ ਚੀਜ਼ ਬਹੁਤ ਰੜਕਦੀ ਹੁੰਦੀ ਸੀ, ਸਮਝ ਨਹੀਂ ਸੀ ਇਹਨਾਂ ਗੱਲਾਂ ਦੀ। ਜਦੋਂ ਪਹਿਲਾਂ ਕਿਉਂਕਿ ਇੰਡੀਆ ਦੇ ਵਿੱਚ ਆਮ ਪਿੰਡ ਦੇ ਵਿੱਚ ਸਕੂਲ ਤੋਂ ਪੜ੍ਹੇ ਆ, ਕਾਲਜ ਵੀ ਹੁਣ ਪੋਲੀਟੀਕਲ ਸਾਇੰਸ, ਇਕਨੋਮਿਕਸ, ਉਹਦੇ ਹੁਣ ਸਮਾਜ ਵਿਗਿਆਨ ਦੇ ਨਾਲ ਕੋਈ ਨੇੜੇ ਤੇੜੇ ਦਾ ਵੀ ਵਾਹ ਨਹੀਂ ਸੀ ਪਿਆ। ਸਾਈਕੋਲੋਜੀ ਦੇ ਉੱਤੇ ਕੋਈ ਸਟੱਡੀ ਨਹੀਂ ਸੀ ਕੀਤੀ, ਜੇ ਸਾਹਿਤ ਦੇ ਨਾਲ ਕੋਈ ਨਾ। ਜੇ ਹੁਣ ਪੰਜਾਬੀ ਪੜ੍ਹੀ ਵੀ ਆ, ਉਹ ਨੋਰਮਲ ਕਹਾਣੀਆਂ ਉੱਥੇ ਪੜ੍ਹਨ ਤੱਕ ਰਹੇ, ਯੂਨੀਵਰਸਿਟੀ ਨਹੀਂ ਗਏ। ਪਰ ਇੱਥੇ ਆ ਕੇ ਜਦੋਂ ਉਹਨਾਂ ਗੱਲਾਂ ਨਾਲ ਵਾਹ ਪਿਆ ਭਈ ਹਿਊਮਨ ਸਾਈਕੋਲੋਜੀ ਦੇ ਉੱਤੇ, ਜਦੋਂ ਗੱਲ ਆਈ ਵੀ ਮੋਟੀਵੇਸ਼ਨ ਦੀ, ਇੰਸਪਾਇਰੇਸ਼ਨ ਦੀ, ਇੱਕ ਚੀਜ਼ ਬਾਰ-ਬਾਰ ਆਉਂਦੀ ਸੀ ਵੀ ਆਪਣੇ ਆਪ ਤੋਂ ਮੋਟੀਵੇਟ ਹੋਣਾ ਚਾਹੀਦਾ ਸਾਨੂੰ। ਇੰਸਪਾਇਰ ਆਪਣੇ ਆਪ ਤੋਂ ਹੋਣਾ ਚਾਹੀਦਾ। ਉਹ ਬੜੀ ਰੜਕਦੀ ਸੀ ਵੀ ਕੀ ਗੱਲ, ਕੋਈ ਬੰਦਾ ਬਾਹਰ ਮਹਾਨ ਆ, ਕੋਈ ਬੰਦਾ ਵੱਡਾ ਹੈ, ਉਹਦੀ ਜ਼ਿੰਦਗੀ ਦਾ ਤਜਰਬਾ ਆ, ਉਹ ਤੋਂ ਕਿਉਂ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਉਹ ਗੱਲ ਦੀ ਹੁਣ ਸਮਝ ਪੈਂਦੀ ਆ ਵੀ ਜੇ ਤੁਸੀਂ ਬਾਹਰ ਮੁਖੀ ਰਹੋਗੇ ਨਾ, ਫਿਰ ਤੁਹਾਡੀਆਂ ਜਿਹੜੀਆਂ ਆਪਣੀਆਂ ਡਿਮਾਂਡਸ ਆ ਉਹ ਡਿਜ਼ਰਵਨੈਸ ਤੋਂ ਹਮੇਸ਼ਾ ਵੱਧ ਕੇ ਰਹਿਣਗੀਆਂ, ਅਨੁਪਾਤ ਵਿੱਚ ਨਹੀਂ ਹੋਣਗੀਆਂ। ਜੇ ਉਹਦੇ ਉਲਟ ਤੁਸੀਂ ਆਪਣੇ ਆਪ ਤੋਂ ਮੋਟੀਵੇਟ ਹੋਵੋਗੇ, ਫਿਰ ਤੁਸੀਂ ਹਮੇਸ਼ਾ ਬੈਲੈਂਸ ਰਹੋਗੇ। ਜਦੋਂ ਉਦੇਸ਼ ਮਿਥੋਗੇ ਨਾ, ਤੁਸੀਂ ਬਿਲਕੁਲ ਹਿਸਾਬ ਕਿਤਾਬ ਲਾ ਕੇ ਮਿਥੋਗੇ ਵੀ ਮੇਰੀ ਹੈਸੀਅਤ ਕਿੰਨੀ ਹੈ। ਕਿੱਥੇ ਤੱਕ ਮੈਂ ਮੰਗ ਰੱਖਾਂ, ਕਿੰਨੀ ਮੰਗ ਮੇਰੀ ਪੂਰੀ ਹੋ ਸਕਦੀ ਆ। ਜਿਹੜੀ ਮੈਂ ਮੰਗ ਰੱਖਣੀ ਚਾਹੁੰਦਾ ਆ, ਜੋ ਮੈਂ ਕਹਿ ਰਿਹਾ ਆ, ਉਹਦੇ ਹੱਕ ਵਿੱਚ ਕਹਿਣ ਲਈ ਮੇਰੇ ਕੋਲ ਕੀ ਆ। ਜੇ ਤੁਸੀਂ ਬਾਹਰੋਂ ਇੰਸਪਾਇਰ ਹੁੰਦੇ ਆ ਨਾ, ਤੇ ਤੁਹਾਡਾ ਆਪਣਾ ਫੋਕਸ ਆ, ਜਿਹੜਾ ਆਪਣਾ ਧਿਆਨ ਆ, ਜਿਹੜਾ ਉਹ ਉਹਨਾਂ ਦੀ ਨਕਲ ਮਾਰਨ ਦੇ ਉੱਤੇ ਰਹੂਗਾ। ਹੁਣ ਨਕਲ ਜਿਹੜੀ ਆ ਮਾਰਨ ਲਈ ਕਾਮਨ ਸੈਂਸ ਚਾਹੀਦੀ, ਅਕਲ ਚਾਹੀਦੀ, ਉਹ ਤੋਂ ਬਿਨਾਂ ਨਕਲ ਨਹੀਂ ਬਚਦੀ ਕੁਛ ਵੀ। ਜਦੋਂ ਜੇ ਹੁਣ ਕੋਈ ਬੰਦਾ ਇਹ ਕਹੇ ਵੀ ਭਾਈ ਤਾਰੂ ਸਿੰਘ ਨੇ ਜਦੋਂ ਉਹਨੇ ਕਿਹਾ ਵੀ ਕੇਸ ਘਟਾ ਦੇ, ਤੇ ਉਹ ਕਹਿੰਦਾ ਮੈਂ ਨਹੀਂ ਘਟਾਉਣੇ,
ਤੇ ਜਦੋਂ ਜ਼ਬਰਦਸਤੀ ਕੱਟਣ ਲੱਗੇ ਉਹ ਅਰਦਾਸ ਕੀਤੀ, ਉਹਨੂੰ ਕੇਸ ਲੋਹੇ ਦੀਆਂ ਤਾਰਾਂ ਬਣ ਗਏ। ਜੇ ਹੁਣ ਕੋਈ ਬੰਦਾ ਉਸ ਘਟਨਾ ਨੂੰ ਲੈ ਕੇ ਇਦਾਂ ਨਕਲ ਮਾਰਨੀ ਚਾਹੇ ਵੀ ਜੇ ਕੋਈ ਮੈਨੂੰ ਕਹੂਗਾ ਕੇਸ ਕਟਾ ਦੇ, ਮੈਂ ਨਹੀਂ ਕਟਾਉਣੇ, ਅਰਦਾਸ ਕਰ ਦੇਣੀ ਹੈ, ਲੋਹੇ ਦੀਆਂ ਤਾਰਾਂ ਬਣ ਜਾਣੇ। ਹੋ ਸਕਦਾ ਇਦਾਂ? ਜਿਹਦੇ ਕੋਲ ਕਾਮਨ ਸੈਂਸ ਨਹੀਂ ਹੈਗੀ, ਜਿਹਦੇ ਕੋਲ ਅਕਲ ਨਹੀਂ ਹੈਗੀ ਕਿ ਉਹ ਜਾਨੀ ਉੱਥੋਂ ਇੰਸਪਾਇਰ ਹੋ ਕੇ ਉਹ ਸਮਝ ਲਊਗਾ ਕਿ ਇਹਦਾ ਮਤਲਬ ਕੀ ਆ। ਉਹਨਾਂ ਹਾਲਾਤਾਂ ਵਿੱਚ ਉਸ ਵੇਲੇ ਕਿਸੇ ਤਾਰੂ ਸਿੰਘ ਦੇ ਸਟੈਂਡ ਲੈਣ ਦਾ ਕੀ ਅਰਥ ਸੀ, ਉਹਦੇ ਸਿੱਟੇ ਕੀ ਨਿਕਲੇ। ਤੇ ਅੱਜ ਜੇ ਮੈਂ ਤਾਰੂ ਸਿੰਘ ਵਾਂਗ ਗੁਰੂ ਨੂੰ ਪਿਆਰਾ ਹੋਣਾ ਚਾਹੁੰਦਾ, ਉਹਦੇ ਰਾਹ ਦੇ ਉੱਤੇ ਚੱਲਣਾ ਚਾਹੁੰਦਾ, ਅੱਜ ਮੈਂ ਕਿੱਦਾਂ ਦਾ ਸਟੈਂਡ ਲਵਾਂ? ਉਹ ਅਕਲ ਤੋਂ ਬਿਨਾਂ, ਕਾਮਨ ਸੈਂਸ ਤੋਂ ਬਿਨਾਂ ਕੋਈ ਕਰ ਸਕਦਾ? ਹੋ ਜਾਊਗਾ। ਹੁਣ ਜਦੋਂ ਤੁਸੀਂ ਆਪਣੇ ਆਪ ਤੋਂ ਮੋਟੀਵੇਟ ਹੁੰਦੇ ਆ ਨਾ, ਉਦੋਂ ਆਪਣੀ ਹੈਸੀਅਤ ਦੇਖਦੇ ਆ, ਆਪਣੀ ਔਕਾਤ ਦੇਖਦੇ ਆ, ਉਹਦੇ ਬਰਾਬਰ ਤੁਸੀਂ ਡਿਮਾਂਡ ਰੱਖਦੇ ਆ। ਜੇ ਜਿੰਨੀ ਤੁਹਾਨੂੰ ਪਤਾ ਪਈ ਮੇਰੀ ਹੈਸੀਅਤ ਇੰਨੀ ਆ, ਡਿਮਾਂਡ ਮੈਂ ਆ ਰੱਖੀ ਆ, ਫਿਰ ਤੁਸੀਂ ਦੇਖਦੇ ਇਹਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ। ਜੇ ਮੈਂ ਇਹ ਡਿਮਾਂਡ ਰੱਖੂੰਗਾ ਮੈਨੂੰ 2000 ਰੁਪਈਆ ਮਹੀਨੇ ਦਾ ਮਿਲਣਾ, ਮੇਰਾ ਗੁਜ਼ਾਰਾ ਨਹੀਂ ਹੋਣਾ। ਮੈਨੂੰ ਤਾਂ ਚਾਹੀਦਾ 4000। ਮੈਨੂੰ ਡਿਮਾਂਡ ਵੱਡੀ ਰੱਖਣੀ ਪੈਣੀ ਹੈ। ਇਹਦਾ ਮਤਲਬ ਮੈਨੂੰ ਡਿਜ਼ਰਵਨੈਸ ਵੀ ਆਪਣੀ ਵਧਾਉਣੀ ਪੈਣੀ ਆ, ਮੈਨੂੰ ਔਕਾਤ ਵੀ ਆਪਣੀ ਵਧਾਉਣੀ ਪੈਣੀ ਆ। ਮੈਂ ਮੰਗ ਰੱਖੂੰਗਾ, ਮੈਂ ਨੈਗੋਸ਼ੀਏਟ ਕਰਨ ਲੱਗਾ ਟੇਬਲ ਦੇ ਉੱਤੇ ਬੈਠ ਕੇ ਉਹਨੂੰ ਕਹੂੰਗਾ ਕਿ ਮਾਲਕ, ਮੇਰੇ ਬੌਸ, ਮੇਰੇ ਇੰਪਲੋਇਰ, ਠੀਕ ਆ, ਅੱਜ ਲੋੜ ਆ ਮੇਰੀ ਇੰਨੀ, ਮੇਰੇ 'ਚ ਅੱਜ ਇੰਨੀ ਯੋਗਤਾ ਨਹੀਂ ਹੈ, ਪਰ ਮੇਰੇ ਤੇ ਭਰੋਸਾ ਕਰਕੇ ਦੇਖ, ਇੱਕ ਵਾਰੀ ਇੱਕ ਮੌਕਾ ਦੇ ਮੈਨੂੰ, ਇੱਕ ਵਾਰ ਵਿਸ਼ਵਾਸ ਕਰਕੇ ਦੇਖ। ਕੁਛ ਵੀ ਹੋ ਜਾਏ ਮੈਂ ਤੇਰਾ ਭਰੋਸਾ ਨਹੀਂ ਟੁੱਟਣ ਦਊਂਗਾ। ਮੈਨੂੰ ਝੋਕ ਕੇ ਦੇਖ, ਜਿਹੜੇ ਥਾਂ ਤੇ ਖੜਾ ਕਰ ਦੇਂਗਾ ਨਾ, ਮੈਂ ਹਿੱਲੂੰਗਾ ਨਹੀਂ ਉੱਥੋਂ। ਜਿਹੜੀ ਭੱਠੀ 'ਚ ਝੋਕ ਦੇਂਗਾ ਉੱਥੇ ਅੱਗ ਲਾ ਦੂੰ ਮੈਂ। ਫਿਰ ਉਹ ਜਿਹੜੀ ਪਹਿਚਾਣ ਆ ਸਾਡੀ, ਜਿਹੜੀ ਵੈਲਿਊ ਆ ਸਾਡੀ, ਉਹ ਆਪਣੀ ਨਿਗਾਹ ਦੇ ਵਿੱਚ ਵੱਧ ਜਾਣੀ। ਸਾਡਾ ਆਤਮ ਵਿਸ਼ਵਾਸ ਵੀ ਵੱਧ ਜਾਣਾ ਹੈ, ਸਾਡਾ ਸਵੈ ਮਾਣ ਵੀ ਵੱਧ ਜਾਣਾ। ਉਹਦੇ ਨਾਲ ਕੀ ਹੋਊਗਾ, ਅਸੀਂ ਆਪਣੀ ਪਲੈਨਿੰਗ ਆਪ ਕਰਾਂਗੇ, ਆਪਣੀ ਸਟ੍ਰੈਟਜੀ ਆਪ ਬਣਾਵਾਂਗੇ। ਅਸੀਂ ਜਦੋਂ ਅਸੀਂ ਆਪਣੀ ਪਲੈਨਿੰਗ ਕਰਾਂਗੇ, ਜਦੋਂ ਅਸੀਂ ਆਪਣੀ ਸਟ੍ਰੈਟਜੀ ਬਣਾਵਾਂਗੇ, ਉਦੋਂ ਅਸੀਂ ਆਪਣੇ ਆਪ ਨੂੰ ਉੱਥੇ ਖੜਾ ਕਰਾਂਗੇ, ਉੱਥੇ ਰੱਖਾਂਗੇ ਜਿੱਥੇ ਸਾਡਾ ਜੀ ਕਰੂਗਾ। ਫਿਰ ਅਸੀਂ ਡਰਾਈਵਰ ਹੋਵਾਂਗੇ, ਮੋਨੀਟਰ ਹੋਵਾਂਗੇ ਅਸੀਂ। ਹੁਣ ਜਦੋਂ ਆਪਣੀ ਪਲੈਨਿੰਗ ਹੋਊਗੀ, ਆਪਣੇ ਆਪ ਨੂੰ ਆਪਣੀ ਮਰਜ਼ੀ ਨਾਲ ਜਿੱਥੇ ਜੀ ਕਰਦਾ ਉਸ ਥਾਂ ਤੇ ਰੱਖੋਗੇ, ਕਦੇ ਨਿਰਾਸ਼ਾ ਹੋ ਸਕਦੀ ਤੁਹਾਨੂੰ, ਕਦੇ ਹੋ ਸਕਦਾ ਕਿ ਤੁਸੀਂ ਫੇਲ ਹੋ ਜਾਓ ਉਸ ਕੰਮ ਦੇ ਵਿੱਚੋਂ। ਜਿਹੜੀ ਪਲੈਨਿੰਗ ਤੁਸੀਂ ਬਣਾਉਣੀ ਆ, ਆਪਣੇ ਆਪ ਲਈ ਬਣਾਉਣੀ ਆ, ਆਪਣੇ ਆਪ ਤੋਂ ਮੋਟੀਵੇਟ ਹੋ ਕੇ ਬਣਾਉਣੀ ਆ, ਆਪਣੀ ਯੋਗਤਾ ਨੂੰ ਦੇਖ ਕੇ ਬਣਾਉਣੀ ਆ, ਅਨੁਪਾਤ ਵਿੱਚ ਬਣਾਉਣੀ ਆ, ਆਪਣੀ ਡਿਜ਼ਰਵਨੈਸ ਨੂੰ ਦੇਖ ਕੇ ਬਣਾਉਣੀ ਆ। ਕੀ ਹੋ ਸਕਦਾ ਉਹਦੇ ਬਾਰੇ ਕਿਸੇ ਹੋਰ ਨੂੰ ਪਤਾ ਹੋਵੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਇਦਾਂ ਹੋ ਸਕਦਾ ਕਿ ਹੋਰ ਕੋਈ ਨਕਲ ਮਾਰ ਸਕੇ ਤੁਹਾਡੀ, ਹੋ ਸਕਦਾ ਹੋਰ ਕੋਈ ਤੁਹਾਡੀ ਕਾਪੀ ਕਰਕੇ ਤੁਹਾਤੋਂ ਮੋਹਰੇ ਨਾ, ਹੋ ਸਕਦਾ ਕਿਸੇ ਨਾਲ ਮੁਕਾਬਲਾ ਹੋਵੇ ਤੁਹਾਡਾ, ਕਿਉਂਕਿ ਕਿਸੇ ਨੂੰ ਤਾਂ ਪਤਾ ਹੀ ਨਹੀਂ ਵੀ ਤੁਹਾਡੀ ਪਲੈਨਿੰਗ ਕੀ ਆ। ਜਿਹੜੀ ਪਲੈਨਿੰਗ ਤੁਸੀਂ ਕਰਨੀ ਆ, ਜਿਹੜੀ ਆਪਣੇ ਆਪ ਤੋਂ ਇੰਸਪਾਇਰ ਹੋ ਕੇ ਕਰਨੀ ਆ, ਉਹ ਪੁਰਾਣੀ ਹੋ ਸਕਦੀ ਹੈ ਕਦੇ? ਕਿ ਉਹ ਪਲੈਨਿੰਗ ਕਰਦਿਆਂ ਕੰਮ ਕਰਦਿਆਂ ਤੁਹਾਡਾ ਤਜਰਬਾ ਨਹੀਂ ਹੋਊਗਾ? ਤੁਸੀਂ ਡਿਸਾਈਸਿਵ ਨਹੀਂ ਹੋ ਜਾਓਗੇ ਫੈਸਲੇ ਕਰਦੇ ਕਰਦੇ? ਆਪਣੇ ਆਪ ਤੇ ਕੰਟਰੋਲ ਨਹੀਂ ਹੋ ਜਾਊਗਾ ਤੁਹਾਡਾ? ਕੀ ਕਦੇ ਫਰਸਟ੍ਰੇਟ ਹੋਵੋਗੇ ਤੁਸੀਂ? ਕਦੇ ਨਿਰਾਸ਼ਾ ਹੋਊਗੀ ਤੁਹਾਨੂੰ ਕਿ ਮੈਂ ਫੇਲ ਹੋ ਗਿਆ? ਕੀ ਕਦੇ ਕਿਸੇ ਦੇ ਉੱਤੇ ਬਲੇਮ ਲਾਉਂਗੇ ਤੁਸੀਂ ਕਿ ਇਹਦੇ ਕਰਕੇ ਮੈਂ ਫੇਲ ਹੋ ਗਿਆ? ਕੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜੋਗੇ ਕਦੇ ਤੁਸੀਂ? ਜਿਹੜੀ ਦੁਨੀਆ ਈਰਖਾ ਕਰੂਗੀ, ਜਿਹੜੀ ਦੁਨੀਆ ਨਫ਼ਰਤ ਕਰੂਗੀ, ਜਿਹੜੇ ਤੁਹਾਡੇ ਰਾਹ 'ਚ ਰੋੜੇ ਅਟਕਾਉਣਗੇ, ਕਿ ਉਹਨਾਂ ਤੋਂ ਬਦਲਾ ਲੈਣ ਜਾਓਗੇ? ਕਿਉਂਕਿ ਤੁਹਾਡੇ ਕੋਲ ਤਾਂ ਪਲੈਨਿੰਗ ਇਦਾਂ, ਇੱਕ ਤੋਂ ਤੁਹਾਨੂੰ ਲੱਗਦਾ ਵੀ ਮੈਂ ਇੱਥੇ ਆ ਮੈਂ ਪ੍ਰਾਪਤ ਕਰਨਾ, ਇਹਦੇ ਲਈ ਮੈਨੂੰ ਕੰਮ ਕਰਕੇ ਇੱਥੇ ਵਧਣਾ ਪੈਣਾ। ਉਹ ਤੋਂ ਬਾਅਦ ਹੁਣ ਜਦੋਂ ਤੁਸੀਂ 2000
ਤੁਹਾਡੀ ਡਿਜ਼ਰਵਨੈਸ ਦੇ ਹਿਸਾਬ ਨਾਲ ਤੁਹਾਡੀ ਡਿਮਾਂਡ 2000 ਬਣਦੀ ਸੀ, ਪਰ ਉਨੇ ਨਾਲ ਗੁਜ਼ਾਰਾ ਨਹੀਂ ਸੀ ਹੁੰਦਾ। ਤੁਸੀਂ 5000 ਰੱਖ ਦਿੱਤੀ ਤੇ ਆਪਣੀ ਡਿਜ਼ਰਵਨੈਸ ਵਧਾਉਣ ਲੱਗ ਪਏ। ਹੁਣ ਜਦੋਂ ਵੱਧ ਗਈ, ਜਦੋਂ ਤੁਹਾਡੀ ਹੈਸੀਅਤ ਵੱਧ ਗਈ, ਉਦੋਂ ਜ਼ਰੂਰਤਾਂ ਵੱਧ ਗਈਆਂ, ਉਹ ਤੋਂ ਅੱਗੇ ਨਹੀਂ ਵਧਣਾ ਪੈਣਾ ਤੁਹਾਨੂੰ। ਫਿਰ ਪਲੈਨਿੰਗ ਹੋਰ ਨਹੀਂ ਕਰਨੀ ਪੈਣੀ, ਮਿਹਨਤ ਹੋਰ ਨਹੀਂ ਕਰਨੀ ਪੈਣੀ। ਹੁਣ ਜਦੋਂ ਤੁਸੀਂ ਆਪਣੀ ਪਲੈਨਿੰਗ ਬਣਾ ਕੇ ਆਪਣੀ ਮਿਹਨਤ ਕਰਨ ਦੇ ਵਿੱਚ ਬਿਜ਼ੀ ਆ, ਕਦੇ ਹੋ ਸਕਦਾ ਤੁਸੀਂ ਕੋਈ ਬਲੇਮ ਗੇਮ ਖੇਡੋ, ਕਿਸੇ ਹੋਰ ਨੂੰ ਡੇਗਣ ਲਈ। ਕਦੇ ਹੋ ਸਕਦਾ ਤੁਹਾਡੇ ਕੋਲ ਟਾਈਮ ਹੋਵੇ, ਤੁਹਾਡੇ ਦਿਮਾਗ 'ਚ ਖਿਆਲ ਆਵੇ। ਕਦੇ ਹੋ ਸਕਦਾ ਤੁਹਾਨੂੰ ਉਹਦੇ ਵਿੱਚੋਂ ਸਵਾਦ ਆਵੇ। ਜਿਹੜਾ ਨਸ਼ਾ ਹੈ ਨਾ, ਆਪਣੇ ਆਪ ਦਾ ਹੋਣ ਲੱਗ ਪੈਣਾ। ਫਿਰ ਉਹ ਤੁਸੀਂ ਇੱਕ ਯੂਨੀਕ ਪੀਸ ਬਣਨਾ, ਫਿਰ ਇੱਕ ਬਰੀਡ ਬਣਨਾ ਤੁਸੀਂ, ਫਿਰ ਆਪਣੇ ਆਪ ਵਰਗੇ ਹੋ ਜਾਣਾ ਤੁਸੀਂ, ਨਿਆਰੇ ਹੋ ਜਾਣਾ ਤੁਸੀਂ, ਨਵੇਂ ਹੋ ਜਾਣਾ, ਔਰ ਹਮੇਸ਼ਾ ਹੀ ਨਵੇਂ ਰਹਿਣਾ, ਕਿਉਂਕਿ ਤਜਰਬਾ ਹੋ ਜਾਣਾ ਤੁਹਾਡਾ। ਤੁਸੀਂ ਤਾਂ ਹਰੇਕ ਜਿਹੜਾ ਵੀ ਕੰਮ ਕਰਨ ਲੱਗਣਾ ਉਹਦੇ ਵਿੱਚ ਆਪਣੀ ਪਲੈਨਿੰਗ, ਆਪਣੀ ਸਟ੍ਰੈਟਜੀ ਬਣਾ ਕੇ ਚੱਲਣਾ ਤੁਸੀਂ। ਜੇ ਇਹ ਕੁਛ ਨਾ ਹੋਇਆ, ਫਿਰ ਨਿਰਾਸ਼ਾ ਨੇ ਹਰ ਵੇਲੇ ਘੇਰ ਕੇ ਰੱਖਣਾ। ਫਿਰ ਤੁਸੀਂ ਉਡੀਕ ਕਰਨੀ ਆ ਕਿ ਕੋਈ ਹੋਰ ਪਲੈਨਿੰਗ ਬਣਾਵੇ ਤੇ ਮੈਨੂੰ ਆਪਣੀ ਜਗ੍ਹਾ ਤੇ ਬਿਠਾਵੇ, ਮੋਹਰੇ ਖੜਾ ਕਰੇ ਮੈਨੂੰ। ਜਦੋਂ, ਕਿਉਂਕਿ ਉਹ ਹੋਣਾ ਜਿਹਨੇ ਆਪਣੀ ਮਰਜ਼ੀ ਨਾਲ ਪਲੈਨਿੰਗ ਬਣਾਈ ਹੋਣੀ ਆ, ਉਹਨੂੰ ਤੁਹਾਨੂੰ ਉੱਥੇ ਰੱਖਣਾ ਹੈ ਜਿੱਥੇ ਤੁਹਾਡੇ ਰਾਹੀਂ ਆਪਣਾ ਫਾਇਦਾ ਕੱਢ ਸਕੇ। ਤੁਹਾਨੂੰ ਮਿਹਨਤ ਜ਼ਿਆਦਾ ਕਰਨੀ ਪੈਣੀ ਆ, ਰਿਵਾਰਡ ਤੁਹਾਨੂੰ ਲੱਗਣਾ ਮੈਨੂੰ ਘੱਟ ਮਿਲਿਆ, ਫਿਰ ਤੁਸੀਂ ਨਿਰਾਸ਼ ਹੋਣਾ। ਫਿਰ ਦਿਨੋਂ ਦਿਨ ਤੁਸੀਂ ਡਿਪਰੈਸ ਹੁੰਦੇ ਜਾਣਾ। ਫਿਰ ਤੁਹਾਡੇ ਮਨ 'ਚ ਬਾਰ-ਬਾਰ ਬਦਲੇ ਦੀ ਭਾਵਨਾ ਆਉਣੀ ਹੈ। ਫਿਰ ਤੁਹਾਨੂੰ ਲੱਗਣਾ ਵੀ ਨਹੀਂ, ਇਹਨੂੰ ਨਹੀਂ ਛੱਡਣਾ, ਇਹਨੂੰ ਡੇਗਣਾ ਮੈਂ। ਫਿਰ ਉਹਨੂੰ ਡੇਗਣ ਲਈ ਤੁਸੀਂ ਸਾਜ਼ਿਸ਼ਾਂ ਰਚਣੀਆਂ, ਕਨਸਪੀਰੇਸੀ ਕਰਨੀ ਹੈ। ਤੁਸੀਂ ਹਮੇਸ਼ਾ ਇਸ ਤਾਕ ਵਿੱਚ ਰਹਿਣਾ ਵੀ ਮੈਂ ਇਹਨੂੰ ਡੇਗਾਂ ਕਿੱਦਾਂ। ਅਗਲੇ ਨੇ ਆਪਣੀ ਪਲੈਨਿੰਗ ਬਣਾ ਕੇ ਚੱਲਦਾ ਹੋਣਾ ਆ, ਉਹਦੀ ਪਲੈਨਿੰਗ ਬਾਰੇ ਦੁਨੀਆ 'ਚ ਕਿਸੇ ਨੂੰ ਕੋਈ ਪਤਾ ਨਹੀਂ ਹੋਣਾ, ਪਰ ਤੁਸੀਂ ਵਿਰੋਧ ਵਿੱਚ ਹੋਣਾ। ਤੁਸੀਂ ਵਾਰ-ਵਾਰ ਅਟੈਂਪਟ ਕਰਨੀ ਆ। ਤੁਹਾਨੂੰ ਲੱਗਣਾ ਵੀ ਪਿਛਲੀ ਵਾਰ ਤਾਂ ਮੈਂ ਸ਼ਾਇਦ ਇਸ ਕਰਕੇ ਫੇਲ ਹੋ ਗਿਆ, ਐਤਕੀ ਨਹੀਂ ਮੈਂ ਛੱਡਣਾ। ਬਾਰ-ਬਾਰ ਤੁਸੀਂ ਬਾਰ-ਬਾਰ ਕੋਸ਼ਿਸ਼ ਕਰਨੀ ਆ, ਬਾਰ-ਬਾਰ ਮੂੰਹ ਦੀ ਖਾਣੀ ਆ। ਹਰ ਵਾਰ ਫੇਲ ਹੋਣ ਤੋਂ ਬਾਅਦ ਤੁਹਾਨੂੰ ਹੋਰ ਨਮੋਸ਼ੀ ਹੋਣੀ ਆ, ਹੋਰ ਤੁਸੀਂ ਕੋਸ਼ਿਸ਼ ਕਰਨੀ ਆ, ਹੋਰ ਨਮੋਸ਼ੀ ਹੋਣੀ ਆ। ਕੰਪੇਅਰ ਟੂ ਆਪਣੀ ਪਲੈਨਿੰਗ ਬਣਾ ਕੇ ਆਪ ਕੰਮ ਕਰਨ ਦੇ, ਆਪਣੇ ਡਰਾਈਵਰ ਆਪ ਬਣਦੇ, ਆਪਣੇ ਮਾਲਕ ਆਪ ਬਣਦੇ। ਫਿਰ ਤੁਹਾਨੂੰ ਅਰਥ ਸਮਝਾਉਣੇ ਆ ਕਿ ਗੁਰੂ ਸਾਹਿਬ ਜੀ ਨੂੰ ਖੁਦ ਮੁਖਤਿਆਰ ਬਣਾਉਣਾ ਚਾਹੁੰਦੇ ਸੀ, ਉਹ ਕੀ ਆ। ਜਿਹਨੂੰ ਆਪਣਾ ਮਾਲਕ ਬਣਾਉਣਾ ਚਾਹੁੰਦੇ ਸੀ, ਉਹ ਕੀ ਆ। ਫਿਰ ਤੁਹਾਨੂੰ ਪਤਾ ਲੱਗਣਾ ਆ ਵੀ ਜਿਹੜੇ ਇੱਕ ਦੀ ਗੱਲ ਕੀਤੀ ਜਾਂਦੀ ਹੈ ਨਾ, ਵੀ ਤੇਰੇ ਨਾਲ ਆ, ਉਹ ਤੇਰੇ ਸਿਰ ਵਿੱਚ ਵਸਦਾ ਆ, ਤੈਨੂੰ ਹਮੇਸ਼ਾ ਇੰਸਪਾਇਰ ਕਰਦਾ ਆ। ਫਿਰ ਤੁਹਾਨੂੰ ਪਤਾ ਲੱਗਣਾ ਆ ਕਿ ਸ੍ਰਿਸ਼ਟੀ ਦੇ ਵਿੱਚ, ਇਸ ਬ੍ਰਹਿਮੰਡ ਦੇ ਵਿੱਚ ਤੁਹਾਡੀ ਕੀ ਥਾਂ ਆ, ਕੀ ਕਰ ਸਕਦੇ ਤੁਸੀਂ। ਔਰ ਉਹ ਤੋਂ ਬਾਅਦ ਤੁਹਾਨੂੰ ਕੋਈ ਪਛਾਣ ਨਹੀਂ ਸਕੂਗਾ, ਡੇਗ ਨਹੀਂ ਸਕੂਗਾ। ਤੁਸੀਂ ਕਦੇ ਸੈਕੰਡਰੀ ਨਹੀਂ ਹੋਗੇ। ਲੈਣੀ ਵੱਖਰੀ ਹੋਣੀ। ਅਮਿਤਾਭ ਬੱਚਨ ਕਹਿੰਦਾ ਨਹੀਂ ਸੀ, ਕਹਿੰਦਾ ਜਿੱਥੇ ਅਸੀਂ ਖੜੇ ਹੁੰਨੇ ਆ ਨਾ, ਉੱਥੋਂ ਲੈਣ ਸ਼ੁਰੂ ਹੁੰਦੀ। ਲੈਣ 'ਚ ਮੋਹਰੀ ਅਸੀਂ ਹੁੰਨੇ ਆ ਆਪ। ਜਦੋਂ ਮੁਕਾਬਲਾ ਹੀ ਨਹੀਂ ਤੁਹਾਡਾ ਕਿਸੇ ਦੇ ਨਾਲ, ਪਾਸ ਫੇਲ ਦਾ ਸਵਾਲ ਕੀ ਹੈ, ਵੱਧ ਘੱਟ ਦਾ ਸਵਾਲ ਕੀ ਹੈ, ਕਦੇ ਵੀ ਨਹੀਂ ਹੋ ਸਕਦਾ। ਕੋਸ਼ਿਸ਼ ਜਿਹੜੀ ਆਪਣੇ ਆਪ ਨੂੰ ਉੱਚਾ ਕਰਨ ਦੀ ਆ, ਆਪਣੇ ਆਪ ਨੂੰ ਅੱਗੇ ਲੈ ਕੇ ਜਾਣ ਦੀ। ਸਾਡੇ ਨਾਲ ਸਰੋਤੇ ਵੀ ਆ ਇੱਕ, ਪਹਿਲਾਂ ਸੌਰੀ ਜੀ ਵੇਟ ਕਰਦੇ ਸੀ। ਜਿਹੜੀ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਹੈ ਨਾ, ਉਹ ਤੁਹਾਨੂੰ ਬਹੁਤ ਮਹਾਨ ਬਣਾ ਦਿੰਦੀ ਹੈ।
ਜਿਹੜਾ ਵੱਖਰਾ ਹੋਣਾ ਹੈ ਨਾ, ਇਸ ਕਰਕੇ ਨਹੀਂ ਹੋਣਾ ਵੀ ਤੁਸੀਂ ਹਰ ਵਾਰ ਟਿੰਡ 'ਚ ਕੰਨਾ ਪਾ ਕੇ, ਕਿਉਂਕਿ ਜੇ ਤੁਸੀਂ ਨਾ ਆਪਣੀ ਸਟ੍ਰੈਟਜੀ ਬਣਾ ਕੇ ਨਾ ਚੱਲਦੇ ਹੋਏ, ਫਿਰ ਤੁਹਾਨੂੰ ਹਰ ਵਾਰ ਇਹ ਲੱਗਣਾ ਵੀ ਮੈਨੂੰ ਪੁੱਛਿਆ ਨਹੀਂ ਜਾ ਰਿਹਾ, ਮੇਰੀ ਸਲਾਹ ਨਹੀਂ ਲਈ ਜਾ ਰਹੀ। ਇਹ ਵੀ ਇੱਕ ਬਿਊਟੀ ਆ। ਇਹ ਬਹੁਤ ਦਿਲਚਸਪ ਕਹਾਣੀ ਆ ਸਾਡੀ ਜ਼ਿੰਦਗੀ ਦੀ, ਭਈ ਵੱਖਰੇ ਹੋਣ ਲਈ ਨਾ, ਨਿਆਰੇ ਹੋਣ ਲਈ, ਉਹਦੇ ਆਪਣੇ ਆਪ ਤੋਂ ਮੋਟੀਵੇਟ ਹੋਣ ਲਈ ਤੁਹਾਨੂੰ ਪਹਿਲਾਂ ਫੋਲੋ ਕਰਨਾ ਪੈਂਦਾ ਸਿਸਟਮ। ਜਿਹੜਾ ਬੰਦਾ ਸਿਸਟਮ ਨੂੰ ਫੋਲੋ ਨਹੀਂ ਨਾ ਕਰ ਸਕਦਾ, ਉਹ ਮਲਕੀਅਤ ਤੱਕ ਪਹੁੰਚ ਵੀ ਨਹੀਂ ਸਕਦਾ। ਤੁਹਾਨੂੰ ਸ਼ੁਰੂ ਦੇ ਵਿੱਚ ਪਹਿਲਾਂ ਮਾਲਕ, ਜ਼ਰੂਰੀ ਨਹੀਂ ਮਾਲਕ ਬਣ ਜਾਵੋ ਤੁਸੀਂ, ਪਰ ਮਾਲਕ ਵਾਂਗ ਸੋਚਣਾ ਪੈਂਦਾ, ਮਾਲਕ ਵਾਂਗ ਕੰਮ ਕਰਨਾ ਪੈਂਦਾ, ਮਾਲਕ ਦੀ ਗੈਰ ਹਾਜ਼ਰੀ ਵਿੱਚ ਵੀ ਇਮਾਨਦਾਰੀ ਨਾਲ ਕੰਮ ਕਰਨਾ ਪੈਂਦਾ। ਜਦੋਂ ਉਸ ਗੱਲ ਦੀ ਸਮਝ ਆ ਗਈ, ਫਿਰ ਤੁਹਾਨੂੰ ਪਲੈਨਿੰਗ ਬਣਾਉਣ ਦੀ ਸਮਝ ਆਉਣ ਲੱਗ ਪੈਣੀ, ਉਹਦਾ ਕੌਨਫੀਡੈਂਸ ਵੱਧ ਜਾਣਾ।